ਧੰਨ ਵਾਹਿਗੁਰੂ ਜੀਓ। मेरो बाप माधो तू धन केसो सांवलियो बीठुलाय रहाओ। कार धरे चक्र बैकुंठ ते आए, गज हस्ती के प्राण उधारियले। दो शासन की सभा द्रौपदी, अंबर लेत उबारियले। गौतम नार अहल्या तारी, पावन केतक तारियले। ऐसा अधम अजात नाम दियो, तो शरणागत आइयले। वाहिगुरु जी का खालसा, वाहिगुरु जी की फतेह। दीन दुनी दे मालक सतगुरु धन धन गुरु ग्रंथ साहिब महाराज जी दे पावन हजूर सज बैठी गुरु सवारी साध संगत जीओ। अकाल पुरख वाहिगुरु जी ने अपार बख्शिश किरपा की है। सतगुरां दी पावन बाणी नाल पाठ अते कीर्तन दे रूप विच सांझ बना के आप जी सतगुरु दे पावन उपदेश नूं समझण अते सतगुरु दे पावन उपदेश नाल जुड़न दा गुरु बख्शिश सदका ये यतन कर रहे सी। आप जी भली भांत विदत हो कि आपां रोज़ाना दे इन्हां दीवानां विच लड़ीवार सतगुरु दी पावन बाणी दी विचार दे नाल जुड़न दा सतगुरु दी मेहर सदका उद्यम करते हाँ, यतन करते हाँ। जिस लड़ी तहत सब तो पहला आपां नौवें पातशाह गुरु तेग बहादुर साहब जी की समुची समग्र बाणी नूं विचारण दा, फिर बाबा रविदास साहिब महाराज की पावन बाणी नूं विचारिया है, तथा होर सारे जो भगत हैं उन्हां दी बाणी नूं विचारिया है। इस तो बाद आपां भगत नामदेव साहिब जी की पावन बाणी नूं विचारण दा यतन कर रहे हैं। भगत साहिबानां दे विचों भगत नामदेव साहब जी की बाणी नूं विचारण उपरंत केवल भगत कबीर साहब महाराज की बाणी ही यतन होवेगा विचार अधीन। तो सतगुरु महाराज धन गुरु ग्रंथ साहब जी की बाणी विच भगत नामदेव साहब महाराज के कुल 61 शब्द जिहड़े हन वख-वख 18 रागां विच दर्ज ने। उस विचों माली गौड़ा राग जिस विच 3 शब्द भगत जी दे इकट्ठे ही दर्ज ने, धन गुरु ग्रंथ साहब जी दे अंक नंबर 988 उपर, जिस विचों आप जी ने दूसरे शब्द का पाठ हुणे ही दास पासों श्रवण किया है। जिवें मैं पिछले कुछ शब्दों की विचार विच भी एक बेनती आप जी दे नाल सांझी कीती सी कि कोई उपदेश देण वास्ते उपदेश देण वाले महापुरख लोकां दे पद्धर दा बहुत ध्यान रखते हैं।
ਕਿਉਂਕਿ ਉਹਨਾਂ ਨੇ ਸੰਸਾਰ ਨੂੰ ਬੜੀ ਵੱਡੀ ਗੱਲ ਸਧਾਰਨ ਜਿਹੇ ਸ਼ਬਦਾਂ ਦੇ ਵਿੱਚ ਕਹਿ ਕੇ ਲੋਕਾਂ ਨੂੰ ਕੁਝ ਉਪਦੇਸ਼ ਦੇਣਾ ਹੁੰਦਾ ਹੈ। ਇੱਕ ਉਦਾਹਰਣ ਸਮਝਦੇ ਹਾਂ। ਆਪਾਂ ਜਦੋਂ ਛੋਟੇ ਬੱਚੇ ਸਾਂ ਜਾਂ ਅੱਜ ਛੋਟੇ ਬੱਚੇ ਜਿਸ ਵੇਲੇ ਸਭ ਤੋਂ ਛੋਟੀ ਜਮਾਤ ਵਿੱਚ ਪੜ੍ਹਨ ਜਾਂਦੇ ਨੇ, ਤਾਂ ਉਹ ਕਿਵੇਂ ਬੱਚਿਆਂ ਵਾਂਗ ਮੁਹਾਰਨੀ, ਜਿਹਨੂੰ ਆਪਾਂ ਅਲਫਾਬੈਟ ਆਖਦੇ ਹਾਂ, ਅੱਗੇ ਅੱਗੇ ਪੜ੍ਹਦੇ ਨੇ। ਹੁਣ ਕੋਈ ਦੂਰ ਖੜਾ ਇਸ ਗੱਲ ਤੋਂ ਅੰਦਾਜ਼ਾ ਲਾਵੇ ਵੀ ਚਲੋ ਉਹ ਜਿਹੜੇ ਸਾਹਮਣੇ ਬੈਠੇ ਨੇ ਉਹ ਤੇ ਛੋਟੇ ਨਿਆਣੇ ਨੇ, ਛੋਟੇ ਬੱਚੇ ਨੇ, ਪਰ ਇਹ ਤਾਂ ਸਿਆਣਾ ਬਿਆਣਾ ਅਧਿਆਪਕ, ਟੀਚਰ, ਇੰਨਾ ਪੜ੍ਹਿਆ ਲਿਖਿਆ ਹੈ, ਇਹ ਵੀ ਬੱਚਿਆਂ ਵਾਂਗ ਅੱਗੇ ਅੱਗੇ ਬੋਲ ਰਿਹਾ, ਨਿੱਕੇ ਨਿੱਕੇ ਲਫ਼ਜ਼, ਊੜਾ ਐੜਾ ਬੋਲ ਰਿਹਾ, ABC ਪੜ੍ਹ ਰਿਹਾ, 1 2 ਬੋਲ ਰਿਹਾ। ਤੇ ਸਕੂਲ ਦਾ ਜਿਹੜਾ ਸਟਾਫ ਹੈ, ਇਹਦਾ ਮਤਲਬ ਇੰਨਾ ਹੀ ਬੱਚਿਆਂ ਦੇ ਪੱਧਰ ਦੇ ਉੱਤੇ ਅਨਪੜ੍ਹ ਹੈ, ਅਣਜਾਣ ਹੈ। ਤੇ ਕੋਈ ਐਸਾ ਮਨ ਵਿੱਚ ਭਰਮ ਪਾਲ ਕੇ ਵੀ ਇਹਨਾਂ ਦੇ ਤਾਂ ਟੀਚਰ, ਅਧਿਆਪਕ ਵੀ ਬਹੁਤੇ ਪੜ੍ਹੇ ਲਿਖੇ ਨਹੀਂ, ਉਹ ਵੀ ਬੱਚਿਆਂ ਵਾਂਗ ਊੜਾ ਐੜਾ ਹੀ ਪੜ੍ਹੀ ਜਾਂਦੇ ਨੇ। ਸਕੂਲ ਦੀ ਮੈਨੇਜਮੈਂਟ, ਪ੍ਰਬੰਧਕੀ ਕਮੇਟੀ ਕੋਲ ਜਾਂ ਸਕੂਲ ਦੇ ਹੈੱਡ ਮਾਸਟਰ ਜਾਂ ਪ੍ਰਿੰਸੀਪਲ ਦੇ ਕੋਲ ਚਲਾ ਜਾਏ ਤੇ ਜਾ ਕੇ ਸ਼ਿਕਾਇਤ ਕਰੇ, ਜੀ ਬੱਚੇ ਤੇ ਬੱਚੇ ਨੇ, ਉਹ ਤਾਂ ਵਿਚਾਰੇ ਅਣਜਾਣ ਨੇ, ਤੇ ਤੁਹਾਡਾ ਤੇ ਅਧਿਆਪਕ ਵੀ ਜਿਹੜਾ ਉਹਨਾਂ ਨੂੰ ਪੜ੍ਹਾ ਰਿਹਾ ਉਹ ਵੀ ਅੱਗੇ ਅੱਗੇ ਊੜਾ ਐੜਾ ਹੀ ਬੋਲੇ, ਇਹ ਕੀ ਸਿਖਾਏਗਾ? ਉਹਨੂੰ ਤਾਂ ਆਪ ਕੁਝ ਨਹੀਂ ਆਉਂਦਾ, ਉਹਨੂੰ ਤਾਂ ਚਾਹੀਦਾ ਕੋਈ ਵੱਡੀ ਪੜ੍ਹਾਈ ਕਰਾਏ। ਤਾਂ ਉਸ ਬੰਦੇ ਦੀ ਸਮਝਣ ਬਿਰਤੀ ਦੇ ਉੱਤੇ ਤਰਸ ਹੀ ਕੀਤਾ ਜਾ ਸਕਦਾ ਹੈ। ਤਾਂ ਹੋ ਸਕਦਾ ਹੈ ਸਕੂਲ ਦਾ ਪ੍ਰਬੰਧਕੀ ਨਿਜ਼ਾਮ ਜਿਹੜਾ ਹੈ, ਹੈੱਡ ਮਾਸਟਰ ਜਾਂ ਪ੍ਰਿੰਸੀਪਲ ਜਿਹੜਾ, ਉਹ ਥੋੜ੍ਹਾ ਖਿੱਝ ਕੇ ਵੀ ਉਹਨੂੰ ਕਹਿਣੀ ਪੈ ਜਾਏ ਗੱਲ ਵੀ ਬੱਚੇ ਵੀ ਆਪਣੀ ਜਗ੍ਹਾ ਠੀਕ ਨੇ, ਅਧਿਆਪਕ ਵੀ ਆਪਣੀ ਜਗ੍ਹਾ ਸਹੀ ਹੈ, ਤੈਨੂੰ ਹੀ ਕੱਖ ਸਮਝ ਨਹੀਂ ਆਉਂਦਾ। ਤੈਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਵੀ ਬੱਚੇ ਅਣਜਾਣ ਹਨ, ਅਧਿਆਪਕ ਪੜ੍ਹਿਆ ਲਿਖਿਆ ਹੈ, ਪਰ ਉਸ ਵਾਸਤੇ ਜ਼ਰੂਰੀ ਹੈ ਕਿ ਛੋਟੇ ਬੱਚਿਆਂ ਨੂੰ ਸਿਖਾਉਣ ਵਾਸਤੇ ਉਹਨਾਂ ਦੀ ਪੱਧਰ ਉੱਤੇ ਜਾ ਕੇ ਕੰਮ ਕਰੇ। ਇਸੇ ਵਾਸਤੇ ਛੋਟੇ ਜਿਹੇ ਕਾਇਦੇ ਵਿੱਚ, ਛੋਟੀ ਜਿਹੀ ਕਿਤਾਬ ਦੇ ਵਿੱਚ ਜਿੱਥੋਂ ਅਲਫਾਬੈਟ ਮੁਹਾਰਨੀ ਸ਼ੁਰੂ ਕੀਤੀ ਜਾਂਦੀ, ਉੱਤੇ ਤਸਵੀਰਾਂ ਦਿੱਤੀਆਂ ਜਾਂਦੀਆਂ ਨੇ ਤਾਂ ਕਿ ਬੱਚਾ ਉੱਥੋਂ ਛੇਤੀ ਅੱਖਰ ਪਿਕ ਕਰ ਲੈ, ਗ੍ਰਹਿਣ ਕਰ ਲੈ। ਭਾਵ ਕਿ ਬਹੁਤ ਪੜ੍ਹੇ ਲਿਖੇ ਤੇ ਸੁਲਝੇ ਅਧਿਆਪਕ ਵਿੱਚ ਵੀ ਇਹ ਖੂਬੀ ਹੁੰਦੀ, ਇਹਨੂੰ ਖੂਬੀ ਮੰਨਿਆ ਜਾਂਦਾ ਹੈ ਕਿ ਉਹ ਸਧਾਰਨ ਜਿਹੇ ਬੱਚੇ, ਅਣਜਾਣ ਜਿਹੇ ਬਾਲੜੇ ਦੇ ਨਾਲ ਵੀ ਉਹਦੇ ਪੱਧਰ ਉੱਤੇ ਆ ਕੇ ਗੱਲ ਕਰਦਾ ਤੇ ਉਹਨੂੰ ਸਿਖਾਉਂਦਾ ਹੈ। ਉਹੀ ਬੱਚੇ ਜਦੋਂ ਸਿੱਖ ਜਾਂਦੇ ਨੇ ਮੁਹਾਰਨੀ, ਅਲਫਾਬੈਟ, ਤਾਂ ਹੌਲੀ ਹੌਲੀ ਉਹ ਇੰਨੇ ਅੱਗੇ ਦੂਜੀ, ਤੀਜੀ, ਚੌਥੀ, ਇਸ ਤਰ੍ਹਾਂ ਕਲਾਸ ਬਾਈ ਕਲਾਸ, ਜਮਾਤ ਬਾਈ ਜਮਾਤ ਅੱਗੇ ਤੁਰੇ ਜਾਂਦੇ ਨੇ ਤੇ ਹਰ ਟੀਚਰ ਉਹਨਾਂ ਦੇ ਪੱਧਰ ਤੇ ਆ ਕੇ ਗੱਲ ਕਰਦਾ। ਇੱਕ ਦਿਨ ਉਹਨਾਂ ਵਿੱਚੋਂ ਹੀ ਟੀਚਰ ਬਣ ਕੇ ਉਸ ਕਲਾਸ ਵਿੱਚ ਆ ਕੇ ਫਿਰ ਉਹ ਛੋਟੇ ਬੱਚਿਆਂ ਨੂੰ ਉਸੇ ਹੀ ਤਰੀਕੇ ਨਾਲ ਪੜ੍ਹਾਉਣਾ ਸ਼ੁਰੂ ਕਰ ਦਿੰਦੇ ਨੇ ਜਿਵੇਂ ਕਿਸੇ ਨੇ ਉਹਨਾਂ ਨੂੰ ਪੜ੍ਹਾਇਆ ਹੋ। ਤਾਂ ਇਹ ਮੈਂ ਉਦਾਹਰਣ ਇਸ ਕਰਕੇ ਸਾਂਝੀ ਕੀਤੀ ਹੈ। ਗੁਰਬਾਣੀ ਦੇ ਵਿੱਚ ਭਗਤ ਸਾਹਿਬਾਨ, ਜਿਸ ਵੀ ਮਹਾਂਪੁਰਖ ਨੇ ਕੋਈ ਉਪਦੇਸ਼ ਦਿੱਤਾ ਹੈ, ਉਹਨਾਂ ਨੇ ਆਪਣੇ ਆਲੇ ਦੁਆਲੇ ਵਿੱਚ ਜੋ ਧਾਰਮਿਕ ਜਗਤ ਵਿੱਚ ਉਦਾਹਰਨਾਂ ਲੋਕਾਂ ਦੀ ਸਮਝ ਵਿੱਚ ਆਉਂਦੀਆਂ ਨੇ, ਜਿਸ ਕਿੱਤੇ ਨਾਲ ਸੰਬੰਧਿਤ ਕੋਈ ਉਦਾਹਰਣ ਕਿਸੇ ਦੀ ਸਮਝ ਵਿੱਚ ਆਉਂਦੀ ਹੈ, ਘਰੇਲੂ ਪਰਿਵਾਰਕ ਉਦਾਹਰਨਾਂ, ਰਿਸ਼ਤਿਆਂ ਦੀਆਂ ਗੁਰੂ ਸਾਹਿਬ ਜੀ ਨੇ ਉਦਾਹਰਨਾਂ ਲੈ ਕੇ ਵੀ ਬਾਣੀ ਦੇ ਵਿੱਚ ਸਮਝਾਇਆ ਹੈ। ਪਸ਼ੂਆਂ ਪੰਛੀਆਂ ਦੀਆਂ, ਰੁੱਖਾਂ ਦੀਆਂ, ਪਹਾੜਾਂ ਦੀਆਂ, ਦਰਿਆਵਾਂ ਦੀਆਂ, ਯਾਨੀ ਕਿ ਜੋ ਕੁਝ ਵੀ ਆਲੇ ਦੁਆਲੇ ਹੈ, ਉਹਨਾਂ ਨੂੰ ਸਤਿਗੁਰੂ ਮਹਾਰਾਜ ਨੇ ਫੋਰ ਐਗਜ਼ਾਮਪਲ, ਉਦਾਹਰਣ ਵਜੋਂ ਸਾਹਮਣੇ ਰੱਖ ਕੇ ਸਾਨੂੰ ਸਧਾਰਨ ਬੁੱਧ ਵਾਲਿਆਂ ਨੂੰ, ਸਾਨੂੰ ਪਰਮ ਸੱਚ ਤੋਂ ਅਣਜਾਣ ਜੀਵਾਂ ਨੂੰ, ਸਾਨੂੰ ਅਗਿਆਨੀ ਮਨੁੱਖਾਂ ਨੂੰ ਪਰਮੇਸ਼ਰ ਦਾ ਬੋਧ, ਨਿਰਗੁਣ ਸਰੂਪ ਅਕਾਲ ਪੁਰਖ ਦੀ ਸੋਝੀ ਦੇਣ ਦਾ ਪਰਉਪਕਾਰ ਕੀਤਾ ਹੈ। ਜਾਨੀ ਉੱਚੀ ਗੱਲ ਸਧਾਰਨ ਸ਼ਬਦਾਂ ਤੇ ਸਾਡੀਆਂ ਜਾਣ ਪਛਾਣ ਵਾਲੀਆਂ ਚੀਜ਼ਾਂ ਦੀਆਂ ਉਦਾਹਰਨਾਂ ਦੇ ਕੇ ਸਮਝਾਉਣ ਦੀ ਕਿਰਪਾ ਕੀਤੀ ਹੈ।
ਤੇ ਹੁਣ ਜੇ ਕੋਈ ਉਦਾਹਰਣ ਨੂੰ ਹੀ ਫੜ ਕੇ ਬਹਿ ਜਾਏ ਤੇ ਅੱਗੇ ਨਾ ਤੁਰੇ ਤਾਂ ਫਿਰ ਉਹਦੀ ਬੁੱਧ ਹੈ, ਉਹਦੀ ਸਮਝ ਬਿਰਤੀ ਹੈ। ਹੁਣ ਹਜ਼ੂਰ ਮਹਾਰਾਜ ਨੇ ਇਸ ਪਾਵਨ ਸ਼ਬਦ ਵਿੱਚ, ਜਿਸ ਦਾ ਪਾਠ ਆਪ ਜੀ ਨੇ ਸੁਣਿਆ, ਪਹਿਲੀ ਪੰਕਤੀ ਰਹਾਉ ਦੀ ਪੰਕਤੀ, ਬੜਾ ਸੰਖੇਪ ਜਿਹਾ ਸ਼ਬਦ ਹੈ। ਆਪਾਂ ਪੜ੍ਹਦੇ ਜਾਵਾਂਗੇ ਕਿਉਂ ਉਦਾਹਰਨਾਂ ਤੇ ਕਿਸ ਤਰ੍ਹਾਂ ਇਹ ਉਦਾਹਰਨਾਂ ਵਰਤੀਆਂ। ਮੇਰੋ ਬਾਪ ਮਾਧੋ, हे ਮੇਰੇ ਪਿਤਾ ਪਰਮੇਸ਼ਰ। ਮਾਧੋ ਸ਼ਬਦ ਦਾ ਭਾਵ ਹੈ ਮਾਧਵ। ਮਾਧਵ ਦਾ ਮਤਲਬ ਹੈ ਮਾਇਆ ਦਾ ਪਤੀ, ਜਿਸ ਦੀ ਜੋ ਜਿੰਨੀ ਵੀ ਪ੍ਰਕਿਰਤੀ ਇਹਨੂੰ ਮਾਇਆ ਕਿਹਾ ਗਿਆ। ਫਿਰ ਸਮਝੋ ਸੰਖੇਪ ਜਿਹਾ, ਕਿਉਂਕਿ ਆਪ ਜੀ ਰੋਜ਼ਾਨਾ ਸੁਣਦੇ ਹੋ। ਮਾਇਆ ਦਾ ਅਰਥ ਇਕੱਲਾ ਕਰੰਸੀ ਨਹੀਂ। ਆਪਾਂ ਅਕਸਰ ਕਰੰਸੀ ਨੂੰ ਮਾਇਆ ਕਹਿ ਦਿੰਦੇ ਨਾ, ਕਿ ਗੋਲਕ ਦੀ ਆਈ ਮਾਇਆ, ਰਸੀਦ ਦੀ ਕੱਟੀ ਮਾਇਆ, ਗੁਰਦੁਆਰੇ ਚੜ੍ਹੀ ਮਾਇਆ। ਗੁਰਬਾਣੀ ਦੇ ਵਿੱਚ ਮਾਇਆ ਦੇ ਬਹੁਤ ਰੂਪ ਬਿਆਨ ਕੀਤੇ ਗਏ ਨੇ। ਇਹ ਤਾਂ ਆਪਾਂ ਕੇਵਲ ਇੱਕ ਸ਼ਬਦ ਲਈ ਰਾਖਵਾਂ ਜਿਹਾ ਸ਼ਬਦ ਜਿਹੜਾ ਉਹ ਪ੍ਰਚਲਿਤ ਹੋ ਗਿਆ, ਜ਼ਿਆਦਾ ਪ੍ਰਚਲਿਤ ਹੋ ਗਿਆ ਕਹਿ ਲਓ, ਵੀ ਪੈਸੇ ਨੂੰ ਆਪਾਂ ਮਾਇਆ ਕਹਿੰਦੇ। ਸਤਿਗੁਰੂ ਨੇ ਸਾਰੀ ਪ੍ਰਕਿਰਤੀ ਨੂੰ ਹੀ ਮਾਇਆ ਕਿਹਾ ਹੈ। ਸਾਰੀ ਕੁਦਰਤ ਹੀ ਮਾਇਆ ਰੂਪ ਹੈ। ਅਸੀਂ, ਤੁਸੀਂ, ਰਿਸ਼ਤੇ ਨਾਤੇ, ਹਰ ਚੀਜ਼ ਸੰਸਾਰ ਦੀ ਮਾਇਆ ਹੈ। ਤੇ ਸਤਿਗੁਰੂ ਮਹਾਰਾਜ ਨੇ ਮਾਇਆ ਪ੍ਰਕਿਰਤੀ ਦੀ ਨੈਗੇਟਿਵਿਟੀ ਲਈ ਵੀ ਵਰਤਿਆ, ਵੀ ਜਿਹੜੀ ਚੀਜ਼ ਸਾਡੇ ਤੇ ਨੈਗੇਟਿਵ ਇਫੈਕਟ ਕਰਦੀ ਹੈ, ਜਿਹੜੀ ਚੀਜ਼ ਸਾਡੇ ਉੱਤੇ ਨੈਗੇਟਿਵ ਇਫੈਕਟ ਕਰਦੀ ਹੈ, ਪ੍ਰਭਾਵ ਪਾਉਂਦੀ ਹੈ, ਹਰ ਉਹ ਚੀਜ਼ ਗੁਰੂ ਸਾਹਿਬ ਬਾਣੀ 'ਚ ਕਹਿੰਦੇ ਮਾਇਆ। ਇੱਕ ਪੰਕਤੀ ਬੜੀ ਸਧਾਰਨ ਹੈ, ਪਰ ਉਸ ਕਈ ਵਾਰ ਪੜ੍ਹਦੇ ਨਿਤਨੇਮ ਜਦੋਂ ਤੁਸੀਂ ਕਰਦੇ ਹੋ, ਇਹ ਮਾਇਆ ਜਿਤ ਹਰ ਵਿਸਰੈ। ਕਿਹੜੀ ਚੀਜ਼ ਮਾਇਆ ਹੈ? ਜਿਹੜੀ ਚੀਜ਼ ਵਿੱਚ ਉਲਝ ਕੇ, ਖੱਪ ਕੇ ਹਰੀ ਪ੍ਰਭੂ ਪਰਮੇਸ਼ਰ ਵਿਸਰ ਜਾਏ, ਭੁੱਲ ਜਾਏ, ਮੋਹ ਉਪਜੇ। ਮੋਹ ਦਾ ਮਤਲਬ ਹੁੰਦਾ ਹੈ ਤੁਹਾਡੀ ਖਿੱਚ ਬਣ ਜਾਏ ਉਹ ਚੀਜ਼ ਵਾਲੇ ਪਾਸੇ, ਤੁਹਾਡਾ ਝੁਕਾਅ ਲੋੜ ਤੋਂ ਵੱਧ ਹੋ ਜਾਏ। ਇਸ ਵਾਸਤੇ ਜ਼ਰੂਰ ਕਹਿੰਦੇ ਮਾਇਆ ਜਿਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਇ। ਭਾਉ ਦਾ ਮਤਲਬ ਹੁੰਦਾ ਹੈ ਪ੍ਰੇਮ, ਦੂਜਾ ਦਾ ਮਤਲਬ ਹੈ ਕਰਤੇ ਨੂੰ ਛੱਡ ਕੇ, ਕਰਤੇ ਨੂੰ ਛੱਡ ਕੇ ਬਾਕੀ ਕਿਸੇ ਵੀ ਕਿਰਤਮ ਚੀਜ਼ ਦੇ ਉੱਤੇ ਕਥੀ ਹੋਈ, ਕਹੀ ਹੋਈ ਕ੍ਰੀਏਸ਼ਨ ਜਿਹੜੀ ਹੈ ਉਹਦੀ ਨੈਗੇਟਿਵਿਟੀ ਨਾਲ ਬੰਦਾ ਜਾ ਜੁੜੇ ਤਾਂ ਸਮਝੋ ਮਾਇਆ ਦਾ ਸ਼ਿਕਾਰ ਹੈ। ਤਾਂ ਕੋਈ ਵਸਤੂ ਜਿਹੜੀ ਹੈ ਉਹ ਆਪਣੇ ਆਪ ਵਿੱਚ ਨੈਗੇਟਿਵ ਜਾਂ ਪੋਜ਼ਿਟਿਵ ਨਹੀਂ ਹੈ, ਧਿਆਨ ਵਿੱਚ ਰੱਖਿਓ। ਉਹਨੂੰ ਤੁਸੀਂ ਜਿਸ ਤਰ੍ਹਾਂ, ਜਿਸ ਭਾਵਨਾ ਨਾਲ ਯੂਜ਼ ਕਰਦੇ ਹੋ, ਵਰਤਦੇ ਹੋ, ਤੁਹਾਡਾ ਉਹ ਵਿਹਾਰ ਜਿਹੜਾ ਹੈ ਜੇ ਉਹ ਨੁਕਸਾਨਦੇਹ ਸਾਬਤ ਹੁੰਦਾ ਹੈ ਤਾਂ ਉਹ ਚੀਜ਼ ਸਮਝੋ ਵੀ ਉਹ ਮਾਇਆ ਹੈ। ਇਸ ਵਾਸਤੇ ਇਹ ਤਾਂ ਇੱਕ ਸੰਖੇਪ ਜਾਂ ਸੌਖਾ ਜਿਹਾ ਆਪਾਂ ਉਦਾਹਰਣ ਲਿਆ ਬਾਣੀ ਚੋਂ। ਜਿੰਨੀ ਪ੍ਰਕਿਰਤੀ ਪ੍ਰਕਰਣ ਮੁਤਾਬਕ, ਜਿਹਨੂੰ ਆਪਾਂ ਕੰਟੈਕਸਟ ਕਹਿੰਦੇ, ਕੰਟੈਕਸਟ ਦੇ ਮੁਤਾਬਕ ਵੀ ਗੁਰਬਾਣੀ ਦੇ ਵਿੱਚ ਮਾਇਆ ਦੇ ਅਰਥ ਪ੍ਰਕਰਣ ਮੁਤਾਬਕ ਬਦਲ ਜਾਣਗੇ। ਇਹ ਸਮਝਣ ਵਾਲੀ ਗੱਲ ਹੈ। ਤੋ ਹਜ਼ੂਰ ਨੇ ਬਾਣੀ 'ਚ ਸਮੁੱਚੀ ਪ੍ਰਕਿਰਤੀ, ਕ੍ਰੀਏਸ਼ਨ ਨੂੰ ਵੀ ਮਾਇਆ ਆਖਿਆ। ਜਿੰਨੀ ਇਹ ਕ੍ਰੀਏਸ਼ਨ ਹੈ ਸਭ ਮਾਇਆ। ਤੇ ਮਾਇਆ ਦਾ ਪਤੀ ਕੌਣ ਹੋਇਆ? ਪਰਮੇਸ਼ਰ, ਜਿਹਨੇ ਇਹਨੂੰ ਸਿਰਜਿਆ, ਇਹਨੂੰ ਬਣਾਇਆ। ਤੋ ਸ਼ਬਦ ਬਣਿਆ ਮਾਧਵ। ਮਾਧਵ ਮਾਇਆ ਦਾ ਮਾਲਕ, ਜਿਸ ਦਾ ਹੁਕਮ ਪ੍ਰਕਿਰਤੀ ਦੇ ਉੱਤੇ ਚੱਲ ਰਿਹਾ, ਕ੍ਰੀਏਸ਼ਨ ਦੇ ਉੱਤੇ ਚੱਲਿਆ, ਉਹ ਕ੍ਰੀਏਟਰ, ਉਹ ਸਿਰਜਣਹਾਰ ਵਾਹਿਗੁਰੂ। ਹੀ ਮੇਰੇ ਪਰਮੇਸ਼ਰ, ਤੂੰ ਮੇਰਾ ਪਿਤਾ ਹੈ, ਮੇਰੋ ਬਾਪ ਮਾਧੋ, ਤੂੰ ਧਨ, ਤੂੰ ਧਨਤਾ ਦੇ ਯੋਗ ਹੈ, ਤੂੰ ਹੀ ਸਲਾਉਣ ਦੇ ਯੋਗ ਹੈ, ਤੇਰੇ ਵਿੱਚ ਹੀ ਭਰਪੂਰ ਸਿਫਤਾਂ ਨੇ। ਫਿਰ ਹਜ਼ੂਰ ਫਰਮਾਉਂਦੇ ਨੇ ਕਿ ਮੈਨੂੰ ਇਹ ਸ਼ਬਦ ਬੜਾ ਟੁੰਬਦਾ ਹੈ। ਗੁਰੂ ਸਾਹਿਬ ਦੀ ਬਾਣੀ ਵਿੱਚ ਪਰਮੇਸ਼ਰ ਨੂੰ ਕੇਸ਼ਵ, ਕੇਸ਼ਵ ਇਹ ਸ਼ਬਦਾਂ ਨਾਲ ਬੜੀ ਵਾਰ ਯਾਦ ਕੀਤਾ ਗਿਆ। ਜਿਹੜਾ ਸਰੂਪ ਗੁਰੂ ਸਾਹਿਬਾਂ ਨੂੰ ਪਿਆਰਾ ਲੱਗਦਾ ਹੈ, ਭਗਤਾਂ ਨੂੰ ਪਿਆਰਾ ਲੱਗਦਾ ਹੈ, ਉਸੇ ਸਰੂਪ ਵਿੱਚ ਹੀ ਉਹਨਾਂ ਅਕਾਲ ਪੁਰਖ ਵਾਹਿਗੁਰੂ ਦੀ ਉਸਤਤੀ ਤੇ ਸ਼ੋਭਾ ਕੀਤੀ। ਇਸ ਵਾਸਤੇ ਮੈਂ ਕਿਤੇ ਵੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ, ਆਪ ਵੀ ਪੜ੍ਹਦੇ ਹੋ,
ਕਿਤੇ ਵੀ ਐਸਾ ਉਦਾਹਰਣ ਮੈਂ ਨਹੀਂ ਵੇਖਿਆ ਵੀ ਵਾਹਿਗੁਰੂ ਅਕਾਲ ਪੁਰਖ ਨੂੰ ਰੁੰਡ ਮੁੰਡ ਗੰਜਾ ਟੋਪੀ ਵਾਲਾ ਇਸ ਤਰ੍ਹਾਂ ਦਾ ਕਿਤੇ ਲਿਖਿਆ ਹੋਵੇ। ਤੁਸੀਂ ਕੇਸ਼ਾਧਾਰੀ ਤਾਂ ਪੜ੍ਹੋਗੇ, ਸਤਿਗੁਰੂ ਦੀ ਬਾਣੀ ਵਿੱਚ ਉਹਦੇ ਕਿੰਨੇ ਸੁੰਦਰ ਢੰਗ ਦੇ ਨਾਲ ਇਸ ਨੂੰ ਕਿਹਾ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਇਹ ਵੀ ਇੱਕ ਅਲੰਕਾਰ ਹੁੰਦੇ ਨੇ ਬੋਲੀ ਦੇ, ਕਵਿਤਾ ਦੇ ਅਲੰਕਾਰ ਗਹਿਣੇ ਨੂੰ ਕਹਿੰਦੇ ਨੇ। ਕਵਿਤਾ ਦਾ ਸ਼ਿੰਗਾਰ ਜਿਹੜਾ ਇਹਨੂੰ ਸ਼ਿੰਗਾਰ ਰਸ ਕਹਿੰਦੇ ਨੇ। ਹਜ਼ੂਰ ਨੇ ਕਿਹਾ, ਤੇਰੇ ਸੋਹਣੇ ਨੱਕ ਜਿਨ ਲੰਮੜੇ ਵਾਲਾ। ਹੇ ਵਾਹਿਗੁਰੂ, ਜੇ ਮੈਂ ਤੈਨੂੰ ਸਰਗੁਣ ਸਰੂਪ ਵਿੱਚ ਤਸਵਰ ਕਰਾਂ ਨਾ, ਸਰਗੁਣ ਸਰੂਪ ਤਸਵਰ ਕਰਾਂ, ਤੇਰਾ ਸੋਹਣਾ ਨੱਕ ਹੈ, ਲੰਮੇ ਵਾਲ ਹਨ, ਤੇਰੇ ਬੰਕੇ ਲੋਇਣ ਦੰਤਰੀ ਸਾਲਾ। ਸੋਹਣੇ ਨੱਕ ਜਿਨ ਲੰਮੜੇ ਵਾਲਾ। ਬੰਕੇ ਲੋਇਣ ਦਾ ਮਤਲਬ ਹੁੰਦਾ ਅੱਖਾਂ, ਲੋਇਣ ਅੱਖਾਂ ਨੂੰ ਕਹਿੰਦੇ। ਬੰਕੇ ਬਿਲਕੁਲ ਸੁੰਦਰ ਸੁਚੱਜੀਆਂ ਅੱਖਾਂ, ਬਾਂਕੀਆਂ ਅੱਖਾਂ, ਬਾਂਕੇ ਨੇਤਰ। ਦੰਤਰੀ ਸਾਲਾ, ਸੋਹਣੇ ਸੋਹਣੇ ਦੰਦ ਜਿਹੜੇ ਨੇ ਐਨ ਪੰਕਤੀਆਂ ਵਰਗੇ ਹੋਣ। ਕਈ ਕਵੀਆਂ ਨੇ ਜਦੋਂ ਗੁਰੂ ਸਾਹਿਬ ਦੀ ਸ਼ੋਭਾ ਕੀਤੀ, ਗੁਰੂ ਨਾਨਕ ਸਾਹਿਬ ਦੀ ਜਾਂ ਬਾਕੀ ਪਾਤਸ਼ਾਹੀ, ਦਸਮ ਪਾਤਸ਼ਾਹ ਦੀ, ਬੜੀ ਕਮਾਲ ਉਹਨਾਂ ਨੇ। ਇੱਕ ਕਵੀ ਨੇ ਲਿਖਿਆ, ਮੈਨੂੰ ਇਸ ਵੇਲੇ ਕਵਿਤਾ ਦੇ ਬੋਲ ਹੂਬਹੂ ਯਾਦ ਨਹੀਂ, ਉਹ ਲਿਖਦਾ ਗੁਰੂ ਕਲਗੀਧਰ ਸਾਹਿਬ ਦੇ ਜਿਹੜੇ ਪ੍ਰਵੱਟੇ ਹਨ, ਜਿਵੇਂ ਕਮਾਨ ਹੁੰਦੀ ਹੈ, ਕਮਾਨ ਮਹਾਰਾਜ ਦੇ ਪ੍ਰਵੱਟੇ ਐਨ ਨੇ ਜਿਵੇਂ ਕਮਾਨ ਪਈ ਹੋਵੇ। ਤੁਸੀਂ ਕਮਾਨ ਵੇਖੀ ਹੋਏਗੀ। ਸਤਿਗੁਰੂ ਮਹਾਰਾਜ ਦੀਆਂ ਅੱਖ ਦੀਆਂ ਪੁਤਲੀਆਂ ਜਿਹੜੀਆਂ ਨੇ ਉਹ ਜਿਵੇਂ ਗੁਲਾਬ ਦੀਆਂ ਪੱਤੀਆਂ ਹੋਣ। ਹਜ਼ੂਰ ਮਹਾਰਾਜ ਦੇ ਦੋਵੇਂ ਨੇਤਰ ਐਵੇਂ ਨੇ ਜਿਵੇਂ ਕੀਮਤੀ ਰਤਨ ਕਿਸੇ ਤਾਜ ਵਿੱਚ ਜੜੇ ਹੋਏ ਹੋਣ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਿਹਰੇ ਦੇ ਉੱਤੇ ਉਹਨਾਂ ਦਾ ਮੁਸ਼ਹਿਰਾ, ਉਹਨਾਂ ਦਾ ਦਾੜਾ, ਉਹਨਾਂ ਦੀਆਂ ਮੁੱਛਾਂ, ਉਹਨਾਂ ਦੇ ਕੇਸ ਜਿਹੜੇ ਨੇ ਉਹ ਐਨ ਕਾਲੇ ਕੁੰਡਲੀਏ ਹਨ, ਮਾਨੋ ਜਿਵੇਂ ਰੇਸ਼ਮ ਦੇ ਕੀੜੇ ਨੇ ਸੋਹਣਾ ਰੇਸ਼ਮ ਬੁਣਿਆ ਹੋਵੇ। ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸੀਸ ਉੱਤੇ ਸ਼ੋਭਨੀਕ ਜਿਹੜੀ ਦਸਤਾਰ ਹੈ ਉਹ ਮਾਨੋ ਚੰਦਰਮਾ ਦੀ ਛਵੀ ਨੂੰ ਫਿੱਕਿਆਂ ਪਾ ਦਿੰਦੀ। ਹਜ਼ੂਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕਰ ਕਮਲ ਜਿਹੜੇ ਹਨ, ਉਹਦੇ ਜਿਹੜੇ ਨਹੁੰ ਹਨ, ਸਤਿਗੁਰੂ ਮਹਾਰਾਜ ਦੇ ਹੱਥਾਂ ਦੇ ਜਿਹੜੇ ਨਹੁੰ ਨੇ ਕਰ ਕਮਲਾਂ ਦੇ, ਉਹਨਾਂ ਦੀ ਛੱਬ ਬੜੀ, ਉਹਦੀ ਵੀ ਅੱਗੇ ਉਹਨਾਂ ਨੇ ਸਿਫਤ ਕੀਤੀ, ਬੜੀ ਬੜੀ ਪਿਆਰੀ। ਯਾਨੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੋ ਸਰੂਪ ਉਹਨਾਂ ਨੇ ਬਿਆਨ ਕੀਤਾ, ਆਪਣੇ ਵੱਲੋਂ ਲਿਖਣ ਵਾਲੇ ਨੇ, ਕਥਨ ਵਾਲੇ ਨੇ ਬੜੇ ਸੁੰਦਰ ਸੁੰਦਰ ਕੀਮਤੀ ਅਲੰਕਾਰ ਜਿਹੜੇ ਨੇ ਉਹ ਹਜ਼ੂਰ ਦੇ ਬਾਰੇ ਵਰਤੇ। ਇਹਨੂੰ ਗੁਰਬਾਣੀ 'ਚ ਸ਼ਿੰਗਾਰ ਰਸ ਕਹਿੰਦੇ ਆ। ਸ਼ਿੰਗਾਰ ਰਸ, ਰਸ 9 ਰਸ ਨੇ ਕਵਿਤਾ ਦੇ, ਅਦਭੁਤ ਰਸ, ਵੈਭਵ ਰਸ, ਵੀਰ ਰਸ, ਸ਼ਿੰਗਾਰ ਰਸ। ਜਦੋਂ ਇਹ ਪੰਕਤੀ ਤੁਸੀਂ ਪੜ੍ਹੋਗੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੇ ਕਾਓ ਖੇਤ ਜੋ ਮਾ, ਇਹ ਵੀਰ ਰਸ ਹੈ। ਇਸ ਕਰਕੇ ਜਦੋਂ ਸਿਆਣੇ ਕਵੀ ਕਿਸੇ ਚੀਜ਼ ਨੂੰ ਪੜ੍ਹਨਗੇ ਤਾਂ ਉਸ ਲਹਿਜ਼ੇ ਵਿੱਚ ਹੀ ਪੜ੍ਹਨਗੇ ਜੋ ਉਸ ਕਵਿਤਾ ਦਾ ਰਸ ਹੈ। ਤੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਬਾਣੀ ਦੇ ਵਿੱਚ ਅਕਾਲ ਪੁਰਖ ਦੀ ਜਦੋਂ ਸੰਸਾਰਕ ਤੌਰ ਤੇ ਸਰਗੁਣ ਸਰੂਪ, ਐਸਾ ਨਹੀਂ ਵੀ ਮਹਾਰਾਜ ਨੇ ਇੱਕ ਸਰੂਪ ਨਿਸ਼ਚਿਤ ਨਹੀਂ ਕੀਤਾ, ਉਹਨਾਂ ਨੇ ਸਰਗੁਣ ਸਰੂਪ ਵਿੱਚ ਜਦੋਂ ਉਹਦੀ ਸ਼ੋਭਾ ਕੀਤੀ, ਕਿਸੇ ਸਰਗੁਣ ਸਰੂਪ ਦੀ ਪੂਜਾ ਨਹੀਂ ਕਰਵਾਈ, ਨਾ ਕਰਨ ਵਾਸਤੇ ਕਿਹਾ। ਉਹਨਾਂ ਨੇ ਕਿਹਾ ਸਾਰਿਆਂ ਵਿੱਚ ਹੀ ਉਹ ਵਸਦਾ। ਪਰ ਤੁਸੀਂ ਕਿਸੇ ਦੀ ਵਡਿਆਈ ਉਸੇ ਰੂਪ 'ਚ ਹੀ ਕਰੋਗੇ ਨਾ ਜਿਹੜਾ ਰੂਪ ਤੁਹਾਨੂੰ ਸੋਹਣਾ ਲੱਗਦਾ ਹੈ, ਜਿਹੜੀ ਚੀਜ਼ ਤੁਹਾਨੂੰ ਵਧੀਆ ਲੱਗਦੀ ਹੈ, ਤੁਸੀਂ ਉਹਦੇ ਨਾਲ ਹੀ ਕੰਪੇਅਰ ਕਰੋਗੇ ਨਾ। ਇਸ ਵਾਸਤੇ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਜਦੋਂ ਉਦਾਹਰਣ ਦੇਣ ਕਹਿਣਗੇ, ਜਬ ਜਬ ਆਏ ਕੇਸ ਗਏ ਪਟਕੈ ਤਾਂ ਦਿਨ ਕੇਸ਼ ਨਾ ਬਸਾਏਗਾ। ਉਹ ਕੇਸਾਂ ਵਾਲਾ ਹੀ ਕੇਸਾਂ ਦੀ ਉਦਾਹਰਣ ਦਾ ਹੈ। ਮੈਂ ਭੁਲਾਵਾ ਪੱਗ ਦਾ ਮਤ ਮੈੜੀ ਹੋਏ ਜਾਏ, ਗਹਿਲਾ ਰੂਹ ਨਾ ਜਾਣਦਾ, ਸਿਰ ਭੀ ਮਿੱਟੀ ਖਾਏ, ਸਿਰ ਪਲਿਆ ਦਾੜੀ ਪਲੀ, ਮੁੱਛਾਂ ਭੀ ਪਲੀਆਂ, ਰੀਮਨ ਗਹਿਲੇ ਬਾਵਲੇ ਮਾਣੇ ਕਿਆ ਰਲੀ। ਤੋ ਜੋ ਖੁਦ ਇਸ ਸਰੂਪ ਦਾ ਧਾਰਨ ਹੈ, ਉਸੇ ਤਰ੍ਹਾਂ ਦੀ ਹੀ ਉਦਾਹਰਣ ਜਿਹੜੀ ਹੈ, ਉਸੇ ਤਰ੍ਹਾਂ ਦੀ ਐਗਜ਼ੈਂਪਲ ਹੀ ਦੇਗਾ। ਤੋ ਖੈਰ ਪਰਮੇਸ਼ਰ ਵਾਹਿਗੁਰੂ ਨੂੰ ਕੇਸਵ ਕੇਸ਼ਾਧਾਰੀ ਇਹ ਤਸਵਰ। ਫਿਰ ਕਹਿੰਦੇ ਨੇ ਸਾਂਭਲਿਓ
ਬੀਠ ਲਾਏ। ਸਾਂਵਲਾ ਦਾ ਮਤਲਬ ਹੁੰਦਾ ਹੈ ਕਾਲਾ, ਸਿਆਹ ਰੰਗ ਦਾ। ਪਰਮੇਸ਼ਰ ਨੂੰ ਜਦੋਂ ਦੇਵ ਲਿਖਿਆ ਨਾ ਬਾਣੀ 'ਚ, ਦੇਵ, ਦੇਵ ਦਾ ਅਰਥ ਹੈ ਪ੍ਰਕਾਸ਼ ਰੂਪ, ਤੇ ਸਾਂਵਲ ਦਾ ਮਤਲਬ ਹੈ ਅੰਧਕਾਰ ਰੂਪ। ਹੁਣ ਇਹ ਦੋਵੇਂ ਪਾਰਟ ਆਫ ਨੇਚਰ ਨੇ ਨਾ, ਕਾਲਾ ਤੇ ਚਿੱਟਾ ਦੋਵੇਂ ਪਾਰਟ ਆਫ ਨੇਚਰ, ਦੋਵੇਂ ਕਲਰ ਹੀ। ਚਾਨਣ ਤੇ ਹਨੇਰਾ ਦੋਵੇਂ ਕੁਦਰਤ ਦਾ ਹੀ ਭਾਗ ਨੇ ਨਾ, ਹਿੱਸਾ ਵੱਖਰੇ ਵੱਖਰੇ ਤਾਂ ਨਹੀਂ ਨਾ। ਤੋ ਪਰਮੇਸ਼ਰ ਵਾਹਿਗੁਰੂ ਪ੍ਰਕਾਸ਼ ਰੂਪ ਵੀ ਹੈ, ਤੇ ਅਕਾਲ ਪੁਰਖ ਵਾਹਿਗੁਰੂ ਜੇ ਦੇਵ ਪ੍ਰਕਾਸ਼ ਰੂਪ ਹੈ ਤੇ ਸਾਂਵਲੋ ਅੰਧਕਾਰ ਰੂਪ ਹੈ। ਇਹ ਵੀ ਉਹਦਾ ਅਭਿੰਨ ਭਾਗ ਹੈ। ਬੀਠੁਲਾਏ ਦਾ ਮਤਲਬ ਹੈ ਜੋ ਵਿਆਪਕ ਵੀ ਹੈ ਕੁਦਰਤ ਵਿੱਚ। ਇਹਨੂੰ ਮਹਾਰਾਸ਼ਟਰ ਵਾਲੇ ਬਿੱਠੁਲ ਕਹਿੰਦੇ, ਬਿੱਠੁਲ, ਵਿਠੁਲ ਕਹਿ ਦਿੰਦੇ। ਇਹਦਾ ਭਾਵ ਹੈ ਜੋ ਮਾਇਆ ਤੋਂ ਮੁਕਤ ਵੀ ਹੈ, ਆਪਣੀ ਰਚਨਾ ਵਿੱਚ ਹੋ ਕੇ ਵੀ ਕੁਦਰਤ ਦੇ ਜਿਹੜੇ ਇਫੈਕਟ ਨੇ, ਪ੍ਰਭਾਵ ਨੇ ਇਹਦੇ ਚੀਜ਼ ਦੇ ਨੇਚਰ ਦੇ ਜਿਹੜੇ ਉਹਨਾਂ ਤੋਂ ਪਰੇ ਹੈ, ਇਹਦਾ ਪ੍ਰਭਾਵ ਉਹਦੇ ਉੱਤੇ ਕੋਈ ਨਹੀਂ ਪਈ। ਚੀਜ਼ਾਂ ਪੈਦਾ ਹੁੰਦੀਆਂ ਨੇ ਉਹ ਉਹਨਾਂ 'ਚ ਹੁੰਦਾ ਹੈ, ਪਰ ਪੈਦਾ ਨਹੀਂ ਹੁੰਦਾ। ਚੀਜ਼ਾਂ ਟੁੱਟਦੀਆਂ ਨੇ ਤੇ ਪਰਮੇਸ਼ਰ ਭਗਵਾਨ ਨਹੀਂ ਟੁੱਟ ਜਾਂਦਾ, ਉਹ ਸਦਾ ਹੀ ਰਹਿੰਦਾ। ਚੀਜ਼ਾਂ ਉਪਜਦੀਆਂ, ਵਿਨਸਦੀਆਂ, ਚੱਲਦੀਆਂ, ਡਿੱਗਦੀਆਂ, ਢਹਿੰਦੀਆਂ, ਹਰ ਤਰ੍ਹਾਂ ਦੇ ਹਾਲਾਤ ਵਿੱਚੋਂ ਗੁਜ਼ਰਦੀਆਂ ਨੇ। ਹੁਣ ਸਾਡੇ ਸਭਨਾਂ ਵਿੱਚ ਹੀ ਪਰਮੇਸ਼ਰ ਹੈ, ਪਰ ਸਾਡੇ ਨਾਲ ਉਹ ਥੋੜ੍ਹੀ ਜੰਮਿਆ। ਸਾਡੇ ਨਾਲ ਉਹ ਬਚਪਨ 'ਚ ਨਹੀਂ ਆਇਆ, ਅਸੀਂ ਜਵਾਨ ਹੋਏ ਜਵਾਨ ਨਹੀਂ ਹੋਇਆ, ਬੁੱਢੇ ਹੋਵਾਂਗੇ ਬੁੱਢਾ ਨਹੀਂ ਹੋਏਗਾ, ਮਰਾਂਗੇ ਮਰੇਗਾ ਨਹੀਂ। ਇਹਨੂੰ ਨਿਰਲੇਪਤਾ ਦਾ ਸਿਧਾਂਤ ਕਹਿੰਦੇ। ਹਜ਼ੂਰ ਮਹਾਰਾਜ ਨੇ ਫਰਮਾਇਆ, ਕਰ ਧਰੇ ਚੱਕਰ ਬੈਕੁੰਠ ਤੇ ਆਏ, ਗਜ ਹਸਤੀ ਕੇ ਪ੍ਰਾਨ ਉਧਾਰੀ ਲਿਆ। ਇਹ ਉਦਾਹਰਨ ਹੈ ਪੁਰਾਣ ਦੀ। ਗੱਜ ਗਰਾਹ ਤੇ ਛੂਟਾ, ਗੱਜ ਜਿਉਂ ਹੋ ਸਹਾਏ। ਕਿੰਨੀਆਂ ਉਦਾਹਰਨਾਂ ਬਾਣੀ 'ਚ ਨੇ। ਗੱਜ ਹਾਥੀ ਹੈ, ਕਿਸੇ ਜਨਮ ਕਿਸੇ ਕਰਮ ਦਾ ਉਹਨੇ ਲੇਖਾ ਦੇਣਾ ਸੀ, ਤੇ ਇੱਕ ਸਰੋਵਰ ਵਿੱਚ ਵੜ ਗਿਆ। ਤੰਦੂਏ ਨੇ ਉਹਨੂੰ ਫੜ ਲਿਆ। ਤੰਦੂਏ ਨੇ ਜਦੋਂ ਉਹਨੂੰ ਫੜ ਲਿਆ ਤੇ ਉਹਨੇ ਆਪਣੀ ਸੁੰਡ ਨਾਲ, ਹਾਥੀ ਨੇ ਇੱਕ ਫੁੱਲ, ਕਮਲ ਫੁੱਲ ਜਿਹੜੇ ਭਗਵਾਨ ਨੂੰ ਅਰਪਿਤ ਕਰਕੇ ਅਰਦਾਸ ਕੀਤੀ, ਮੇਰੀ ਗੈਲ ਛੁਡਾਓ, ਮੇਰੀ ਜਾਨ ਛੁਡਾਓ। ਤੋ ਉਹਦੀ ਬਿਨੈ, ਉਹਦੀ ਅਰਦਾਸ, ਉਹਦੀ ਬੇਨਤੀ, ਜੋ ਪੁਰਾਣ ਦੀ ਕਥਾ ਮੈਂ ਉਹਦਾ ਹਵਾਲਾ ਜੋ ਭਗਤ ਜੀ ਨੇ ਦਿੱਤਾ ਮੈਂ ਉਹ ਦੇ ਰਿਹਾ। ਉਹਦੀ ਬਿਨੈ ਪ੍ਰਵਾਨ ਹੋਈ ਬੈਕੁੰਠ ਤੋਂ ਭਗਵਾਨ ਆਏ। ਕਾਰ ਧਰੇ ਚੱਕਰ, ਜਿਨ੍ਹਾਂ ਦੀ ਉਂਗਲੀ ਦੇ ਉੱਤੇ ਚੱਕਰ, ਇਹ ਵਿਸ਼ਨੂੰ ਦਾ ਰੂਪ ਹੈ। ਕਰ ਧਰੇ ਚੱਕਰ ਬੈਕੁੰਠ ਤੇ ਆਏ, ਆਪਣੇ ਬੈਕੁੰਠ ਧਾਮ ਤੋਂ ਪਧਾਰੇ। ਗਜ ਹਸਤੀ ਕੇ ਪ੍ਰਾਣ ਉਧਾਰੀ ਵਾਲੇ, ਗਜ ਦੇ ਹਾਥੀ ਦੇ ਪ੍ਰਾਣ ਉਧਾਰੀ ਵਾਲੇ ਦਾ ਮਤਲਬ ਬਚਾ ਲ। ਭਗਤ ਜੀ ਆਖਦੇ, ਭਾਈ ਤੁਸੀਂ ਐਸਾ ਕੱਤ ਦਿਓ, ਤੁਸੀਂ ਇਸ ਉਦਾਹਰਣ ਨੂੰ ਸਦੀਆਂ ਤੋਂ ਸੁਣਿਆ, ਤੁਸੀਂ ਇਸ ਵਿੱਚ ਬਿਲੀਵ, ਯਕੀਨ ਵੀ ਕਰਦੇ ਹੋ, ਤੇ ਮੈਂ ਵੀ ਇਹ ਯਕੀਨ ਕਰਦਾ ਹਾਂ। ਮੇਰਾ ਯਕੀਨ ਕੀ ਹੈ? ਮੇਰਾ ਯਕੀਨ ਇਹ ਹੈ ਵੀ ਪਰਮੇਸ਼ਰ ਨੂੰ ਕਿਤੋਂ ਆਉਣ ਦੀ ਲੋੜ ਨਹੀਂ ਪੈਂਦੀ, ਉਹ ਤਾਂ ਤੁਹਾਡੇ ਹਰ ਜਗ੍ਹਾ ਤੇ ਮੌਜੂਦ ਹੁੰਦਾ ਹੈ ਤੇ ਸਦਾ ਹੀ ਤੁਹਾਡਾ ਸਹਾਇਕ ਹੁੰਦਾ। ਤੇ ਰਹੀ ਗੱਲ ਇਸ ਉਦਾਹਰਣ ਨੂੰ ਮਾਇਆ ਆਪਣੇ ਜੀਵਨ 'ਚ ਵਾਪਰਦੀ ਕਿਵੇਂ ਵੇਖਦਾ, ਉਹ ਇਵੇਂ ਵੇਖਦਾ, ਸਾਡੀ ਸਾਰਿਆਂ ਦੀ ਦਸ਼ਾ ਹੀ ਉਸ ਹਾਥੀ ਵਰਗੀ। ਉਹ ਵੀ ਆਪਣੇ ਕੀਤੇ ਕਰਮ ਕਰਕੇ ਚਿੱਕੜ ਦੇ ਵਿੱਚ ਫਸ ਗਿਆ, ਤੰਦੂਏ ਨੇ ਉਹਨੂੰ ਜਕੜ ਲਿਆ। ਤੇ ਅਸੀਂ ਸਾਰੇ ਮੋਹ ਦੇ ਚਿੱਕੜ ਵਿੱਚ ਆਪਣੇ ਕੀਤੇ ਕਰਮਾਂ ਕਰਕੇ ਫਸ ਜਾਂਦੇ ਹਾਂ, ਤੇ ਸਾਡੇ ਅੰਦਰ ਵੀ ਸਾਨੂੰ ਵੀ ਤੰਦੂਏ ਜਕੜ ਲੈਂਦੇ ਨੇ ਵਿਕਾਰਾਂ ਨੂੰ। ਫਰਕ ਕੇਵਲ ਇੰਨਾ ਵੀ ਸਾਨੂੰ ਅਹਿਸਾਸ ਨਹੀਂ ਹੁੰਦਾ। ਜਿਸ ਦਿਨ ਸਾਨੂੰ ਅਹਿਸਾਸ ਹੋ ਜਾਏ ਇੱਕ ਮਨ ਹੋ ਕੇ ਅਸੀਂ ਵੀ ਉਸ ਮਾਲਕ ਵਾਹਿਗੁਰੂ ਦੀ ਚਰਨਾਂ ਵਿੱਚ ਬਿਨੈ ਕਰੀਏ, ਹੇ ਵਾਹਿਗੁਰੂ ਤੁਸੀਂ ਹੀ ਸਾਡੇ ਰੱਖਿਅਕ ਤੇ ਸਾਨੂੰ ਬਚਾਉਣ ਵਾਲੇ ਹੋ। ਤੇ ਪਰਮੇਸ਼ਰ ਵਾਹਿਗੁਰੂ ਤੁਹਾਡੇ ਅੰਤਰਾਤਮੇ ਵਿੱਚੋਂ ਹੀ ਪ੍ਰਗਟ ਹੋ ਕੇ ਤੁਹਾਡੇ ਅੰਦਰੋਂ ਹੀ ਤੁਹਾਨੂੰ ਬਚਾਉਣ ਦੀ ਸਮਰੱਥਾ ਰੱਖਣ ਵਾਲਾ, ਜੋ ਤੁਹਾਡੇ ਨਿਕਟ ਹੈ, ਕੋਲ ਹੈ। ਇਸੇ ਅੱਗੇ ਅਰਦਾਸ ਕੀਤੀ ਨਾ ਭਗਤ ਨਾਮਦੇਵ ਸਾਹਿਬ ਨੇ। ਅੱਗੇ ਸ਼ਬਦ ਆਏਗਾ, ਲੋਭ ਲੈ ਰਹਿਤ ਨੀਜਰ ਬਾਜੈ, ਕਾਇਆ ਡੂਬੈ ਕੇਸ਼ਵਾ, ਸੰਸਾਰ ਸਮੁੰਦੇ ਤਾਰ ਗੋਬਿੰਦੇ ਤਾਰ ਲੈ, ਬਾਪ ਬੇਟ। ਹੁਣ ਉਦਾਹਰਣ ਦਾ ਇੱਕ ਪੱਖ ਹੈ ਨਾ ਜਿਹੜਾ ਬਿਆਨ ਕੀਤਾ। ਫਿਰ ਆਖਦੇ ਨੇ, ਦੁਹ ਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀ। ਯੁਧਿਸ਼ਟਰ, ਕੁਰੂ ਵੰਸ਼ੀ ਰਾਜਾ ਯੁਧਿਸ਼ਟਰ, ਉਹਦਾ ਪੁੱਤਰ ਸੀ ਦੁਸ਼ਾਸਨ। ਇੱਕ ਸੀ ਦੁਰਯੋਧਨ, ਇੱਕ ਸੀ ਦੁਸ਼ਾਸਨ। ਦੁਸ਼ਾਸਨ ਦਾ ਜ਼ਿਕਰ ਉੱਥੇ ਆਉਂਦਾ ਜਾ ਕੇ ਜਿੱਥੇ ਕੌਰਵ ਤੇ ਪਾਂਡਵ
ਦੋਵੇਂ ਧਿਰਾਂ ਜੂਆ ਖੇਡ ਰਹੀਆਂ ਨੇ, ਸ਼ਰਾਬ ਪੀ ਰਹੀਆਂ ਨੇ, ਸ਼ਰਾਬ ਦੇ ਨਸ਼ੇ 'ਚ ਧੁੱਤ, ਆਪਣੀ ਆਪਣੀ ਇੱਜ਼ਤ ਵਾਸਤੇ ਜੇ ਧਾਰ ਦਾ ਮਸਲਾ ਬਣਾ ਕੇ ਜਦੋਂ ਜੂਆ ਹੀ ਖੇਡਣ ਲੱਗ ਪਏ ਤੇ ਆਪਣਾ ਰਾਜ ਦਾ ਤੇ ਲਾ, ਫੌਜ ਦਾ ਤੇ ਲਾ, ਹਰ ਚੀਜ਼ ਦਾ ਤੇ ਲਾਉਂਦੇ ਗਏ ਤੇ ਹਾਰਦੇ ਗਏ। ਲਿਖਣ ਵਾਲਿਆਂ ਨੇ ਵੀ ਲਿਖਿਆ ਵੀ ਕੁਰੂ ਕੌਰਵ ਜਿਹੜੇ ਸਨ ਉਹ ਧੋਖਾ ਬੇਈਮਾਨੀ ਕਰ ਰਹੇ ਸਨ ਤੇ ਜਿੱਤੀ ਜਾ ਰਹੇ ਸਨ। ਤਾਂ ਬੰਦਾ ਤੁਹਾਡੇ ਨਾਲ ਇੱਕ ਵਾਰ ਧੋਖਾ ਕਰ ਰਿਹਾ, 2 ਵਾਰ, ਤੇ ਤੁਸੀਂ ਉਹ ਖੇਡ ਛੱਡ ਸਕਦੇ ਹੋ ਨਾ। ਪਰ ਅਗਲਿਆਂ ਦੀ ਵੀ ਅੜੀ ਸੀ, ਨਹੀਂ ਛੱਡੀ, ਖੇਡਦੇ ਰਹੇ ਤੇ ਹਾਰਦੇ ਰਹੇ। ਅਖੀਰ ਦੇ ਉੱਤੇ ਉਹਨਾਂ ਨੇ ਇੱਥੋਂ ਤੱਕ ਜਾ ਪਹੁੰਚੇ ਵੀ ਉਹਨਾਂ ਕੋਲ ਦਾਅ 'ਤੇ ਲਾਉਣ ਵਾਸਤੇ ਕੁਝ ਨਹੀਂ ਸੀ ਤੇ ਆਪਣੀ ਔਰਤ, ਜੋ ਕਿ 5 ਭਰਾਵਾਂ ਦੀ ਸਾਂਝੀ ਔਰਤ ਸੀ, ਦ੍ਰੁਪਦ ਰਾਜੇ ਦੀ ਧੀ, ਉਹਨੂੰ ਵੀ ਦਾਅ 'ਤੇ ਲਾਇਆ। ਉਹਨੂੰ ਵੀ ਦਾਅ 'ਤੇ ਲਾਇਆ ਜਿਵੇਂ ਘਰ ਮਹਿਲ ਚੀਜ਼ਾਂ ਬਾਕੀ ਦਾਅ 'ਤੇ ਲਾਈਆਂ ਸਨ। ਅਜੀਬ ਕਸ਼ਮਕਸ਼ ਹੁੰਦੀ ਹੈ। ਨਸ਼ਾ ਹੈ ਜੂਆ। ਇਸ ਵਾਸਤੇ ਇਹਦੀ ਤਾਂ ਬਹੁਤੀ ਵਿਆਖਿਆ ਕਰਨ ਦੀ ਜ਼ਰੂਰਤ ਨਹੀਂ। ਉਸ ਦ੍ਰੋਪਦੀ ਨੂੰ ਜਿਸ ਵੇਲੇ ਦਾਅ 'ਤੇ ਲਾਇਆ ਤੇ ਹੁਣ ਉਹ ਹਾਰ ਚੁੱਕੇ ਸਨ ਤੇ ਕੌਰਵ ਉਹਨੂੰ ਬਾਕੀ ਪ੍ਰਾਪਰਟੀ ਵਾਂਗ ਹੀ ਉਹਨਾਂ ਦੀ ਪਤਨੀ ਨੂੰ ਵੀ ਜੂਏ 'ਚ ਜਿੱਤ ਚੁੱਕੇ ਸਨ। ਕੋਈ ਪੁਰਾਣੀ ਗੱਲ ਯਾਦ ਆਈ, ਜਦੋਂ ਦੁਰਯੋਧਨ ਜਿਹੜਾ ਸੀ, ਉਹ ਕਹਿੰਦੇ ਨੇ ਵੀ ਇੱਕ ਮਹਿਲ ਵਿੱਚ ਜਿਸ ਵੇਲੇ ਗਿਆ ਤੇ ਉਹ ਇੱਕ ਫਰਸ਼ ਇਵੇਂ ਦਾ ਸੀ, ਇਵੇਂ ਲੱਗਦਾ ਸੀ ਵੀ ਪਾਣੀ ਖੜਾ ਹੈ, ਤੇ ਇੱਕ ਜਗ੍ਹਾ ਤੇ ਪਾਣੀ ਦਾ ਤਲਾਬ ਸੀ ਤੇ ਉਹ ਇੰਨਾ ਸਾਫ਼ ਸੁਥਰਾ ਤੇ ਸਵੱਛ ਨਿਰਮਲ ਪਵਿੱਤਰ ਪਾਣੀ ਸੀ ਵੀ ਉਹ ਐਵੇਂ ਲੱਗਦਾ ਜਿਵੇਂ ਫਰਸ਼ ਹੈ। ਤੇ ਹੁਣ ਜਿੱਥੇ ਉਹਨੂੰ ਪਾਣੀ ਵਰਗਾ, ਜਿਹੜਾ ਫਰਸ਼ ਉਹਨੂੰ ਪਾਣੀ ਵਰਗਾ ਦਿਸਿਆ, ਉੱਥੇ ਉਹਨੇ ਪੈਰ ਐਵੇਂ ਰੱਖਿਆ ਜਿਵੇਂ ਪਾਣੀ 'ਚ ਵੜਨ ਲੱਗਾ, ਤੇ ਹੈ ਸੀ ਫਰਸ਼। ਤੇ ਅੱਗੇ ਜਾ ਕੇ ਜਿਸ ਜਗ੍ਹਾ ਤੇ ਫਰਸ਼ ਸੀ ਤੇ ਨਜ਼ਰ ਆਇਆ ਵੀ ਪਾਣੀ ਹੈ, ਤੇ ਉਹਦੇ ਵਿੱਚ ਉਹ ਡਿੱਗ ਪਿਆ, ਯਾਨੀ ਕਿ ਉਲਟਾ ਹੋ ਗਈ ਦਸ਼ਾ। ਜਦੋਂ ਉਹਦੇ ਕੱਪੜੇ ਭਿੱਜ ਗਏ ਤੇ ਕਹਿੰਦੇ ਦ੍ਰੋਪਦੀ ਉਹਦੇ ਉੱਤੇ ਹੱਸੀ ਤੇ ਉਹਨੇ ਆਖਿਆ, ਅੰਨੇ ਦਾ ਅੰਨਾ ਹੀ ਰਿਓ ਨਾ, ਵੀ ਉਹ ਅੰਨਾ ਸੀ ਯੁਧਿਸ਼ਟਰ। ਇਹ ਬੋਲੀ ਉਹਨਾਂ ਨੂੰ ਚੇਤੇ ਆਈ ਵੀ ਇਹਨੇ ਬੜੀ ਘਿਨਾਉਣੀ ਗੱਲ ਕਿਸੇ ਵੇਲੇ ਸਾਨੂੰ ਕਹੀ ਸੀ, ਤੇ ਮੈਂ ਆਪਣੀ ਜਲਾਲਤ ਦਾ, ਆਪਣੀ ਬੇਇੱਜ਼ਤੀ ਦਾ ਇਹਦੇ ਕੋਲੋਂ ਬਦਲਾ ਜ਼ਰੂਰ ਲੈਣਾ। ਇਹਨੂੰ ਨਿਰਵਸਤਰ ਕਰਨਾ, ਭਰੀ ਸਭਾ ਦੇ ਵਿੱਚ ਜ਼ਲੀਲ ਕਰਨਾ। ਦੁਰਯੋਧਨ ਦਾ ਭਰਾ, ਯੁਧਿਸ਼ਟਰ ਦਾ ਪੁੱਤਰ ਦੁਸ਼ਾਸਨ ਉਹਨੂੰ ਵਾਲਾਂ ਤੋਂ ਫੜ ਕੇ ਧੂ ਕੇ ਲਿਆਇਆ ਉਸ ਸਭਾ 'ਚ, ਤੇ ਉਹਨੂੰ ਵਸਤਰਹੀਨ ਕਰਨ ਲੱਗਾ। ਉਹ ਕਥਾ ਦਾ ਹਵਾਲਾ ਇਸ ਜਗ੍ਹਾ ਦੇ ਉੱਤੇ ਦਿੱਤਾ ਹੈ। ਦੁਸ਼ਾਸਨ ਕੀ ਸਭਾ ਦ੍ਰੋਪਦੀ ਅੰਬਰਲੇਤ, ਅੰਬਰ ਕੱਪੜੇ ਨੂੰ ਕਹਿੰਦੇ ਨੇ, ਕੱਪੜੇ ਲਾਉਂਦਿਆਂ ਉਬਾਰੀ ਲੈ, ਤੁਸੀਂ ਬਚਾ ਲਿਆ। ਹੇ ਭਾਈ, ਇਸ ਉਦਾਹਰਣ ਨੂੰ ਤੁਸੀਂ ਸਦੀਆਂ ਤੋਂ ਸੁਣਦੇ ਹੋ, ਪੜ੍ਹਦੇ ਹੋ, ਇਸ ਵਿੱਚ ਯਕੀਨ ਵੀ ਕਰਦੇ ਹੋ, ਪਰ ਸਦੀਆਂ ਤੋਂ ਇਸ ਕਥਾ ਨੂੰ ਤੁਸੀਂ ਸੁਣਦੇ ਪੜ੍ਹਦੇ ਆ ਰਹੇ। ਭਗਤ ਜੀ ਨੇ ਆਖਿਆ, ਮੈਂ ਇਸ ਵਿਆਖਿਆ 'ਚ ਨਹੀਂ ਜਾਂਦਾ ਕਿ ਘਟਨਾ 'ਚ ਕੌਣ ਸੱਚਾ ਕੌਣ, ਦੋਵੇਂ ਧਿਰਾਂ ਹੀ ਦੋਸ਼ੀ ਨੇ, ਘੱਟ ਤਾਂ ਕੋਈ ਵੀ ਨਹੀਂ ਕਰ ਰਿਹਾ ਇੱਕ ਦੂਜੇ ਨਾਲ। ਇੱਕ ਜੇ ਆਪਣੀ ਇੱਜ਼ਤ ਦਾਅ 'ਤੇ ਲਾ ਰਿਹਾ ਤੇ ਦੂਜਾ ਉਸ ਕੋਲੋਂ ਜਲਾਲਤ ਦਾ ਬਦਲਾ ਲੈਣ ਵਾਸਤੇ ਉਹਨੂੰ ਨਿਰਵਸਤਰ ਕਰ ਰਿਹਾ। ਘੱਟ ਦੋਵਾਂ ਨੇ ਹੀ ਨਹੀਂ ਕੀਤੀ, ਨਾ ਕੌਰਵਾਂ ਨਾ ਪਾਂਡਵਾਂ ਨੇ। ਇਸ ਵਾਸਤੇ ਕਹਿੰਦੇ ਇਸ ਗੱਲ 'ਚ ਤਾਂ ਪੈਣਾ ਹੀ ਨਹੀਂ ਨਾ। ਪਰ ਮੈਂ ਮਿੱਥਦਾ ਹਾਂ ਵੀ ਅਸੀਂ ਰੋਜ਼ ਹੀ ਵਿਸ਼ਿਆਂ ਤੇ ਵਿਕਾਰਾਂ ਹੱਥੋਂ ਜਲੀਲ ਹੁੰਦੇ ਹਾਂ, ਬੇਪੱਤ ਹੁੰਦੇ ਹਾਂ। ਰੋਜ਼ ਹੀ ਸਾਡਾ ਆਤਮਕ ਤੌਰ ਦੇ ਉੱਤੇ ਅਸੀਂ ਵਸਤਰਹੀਨਾਂ ਵਾਂਗ। ਮੈਨੂੰ ਇੱਕ ਕਥਨ ਯਾਦ ਆਇਆ, ਸ਼ਰਮਦ ਫਕੀਰ ਸੀ ਮੁਸਲਮਾਨ, ਉਹ ਔਰੰਗਜ਼ੇਬ ਦੀ ਬੜੀ ਆਲੋਚਨਾ ਕਰ, ਦਿੱਲੀ ਦੀ ਜਾਮਾ ਮਸਜਿਦ ਦੀਆਂ ਪੌੜੀਆਂ 'ਚੋਂ ਬਹਿ ਜਾਂਦਾ, ਉਹ ਪਿੰਡੇ ਤੇ ਕੱਪੜਾ ਨਹੀਂ ਸੀ ਪਾਉਂਦਾ, ਕਮੀਜ਼ ਝੱਗਾ ਨਹੀਂ ਸੀ ਪਾਉਂਦਾ, ਤੇ ਉਹਨੇ ਰੋਜ਼ ਔਰੰਗਜ਼ੇਬ ਦੀਆਂ ਕਰਤੂਤਾਂ ਦਾ ਭਾਂਡਾ ਭੰਨਣਾ, ਤੇ ਨਾਲ ਹੀ ਜਿਹੜੇ ਜਾਮਾ ਮਸਜਿਦ ਦੇ ਕਾਜ਼ੀ ਨੇ ਨਾ, ਉਹਨਾਂ ਬਾਰੇ ਵੀ ਕਹਿਣਾ ਵੀ ਇਹ ਸਭ ਉਹਦੇ ਗੁਲਾਮ ਨੇ, ਇਹਨਾਂ 'ਚ ਕੋਈ ਧਰਮ ਮਜ਼ਹਬ ਦੀ ਕਣੀ ਨਹੀਂ ਰਹੀ। ਏਡੀਆਂ ਵੱਡੀਆਂ ਧਾਰਮਿਕ ਪਦਵੀਆਂ 'ਤੇ ਹੋਣ ਤੇ ਰਿਸ਼ਵਤਾਂ ਲੈਣ, ਝੂਠ ਬੋਲਣ, ਝੂਠੇ ਫਤਵੇ ਜਾਰੀ ਕਰਨ, ਇਹ ਤੇ ਖੁਦਾ ਦੇ ਨਾਂ ਦੇ ਉੱਤੇ ਕੁਫਰ ਦਾ ਪ੍ਰਚਾਰ ਕਰਦੇ ਨੇ, ਲੋਕਾਂ ਨੂੰ ਡਰਾਉਂਦੇ ਨੇ, ਫਤਵੇ ਦਿੰਦੇ ਨੇ ਜਾਨੋਂ ਮਾਰ, ਬੜਾ ਕੁਝ। ਉਹ ਸੱਚ, ਹੋਰ ਕਿੰਨੇ ਸੱਚ ਬੋਲਦਾ ਹੋਏਗਾ। ਅੱਜ ਸਦੀਆਂ ਬਾਅਦ ਆਪਾਂ ਇੰਨੀ ਕੀ ਗੱਲ ਕਹਿੰਦੇ ਨਾ, ਉਹ ਕਾਜ਼ੀਆਂ ਨੂੰ ਵੀ ਚੁੱਭਦੀ ਤੇ ਔਰੰਗਜ਼ੇਬ ਤੱਕ ਵੀ ਗੱਲ ਪਹੁੰਚਦੀ ਵੀ ਉਹ ਤਾਂ ਬੰਦਾ ਸ਼ਰੇਆਮ ਸਾਰਿਆਂ ਦੀ ਮਿੱਟੀ ਪਲੀਤ ਕਰਦਾ, ਸਾਡੇ ਪਾਪਾਂ ਦਾ ਭਾਂਡਾ ਉੱਥੇ ਭੰਨਦਾ। ਤੇ ਬੜਾ ਸੌਖਾ ਟਰੈਂਡ ਹੈ, ਤਰੀਕਾ ਹੈ ਇੱਕ
ਧਰਮ ਦੇ ਨਾਂ ਤੇ ਕਿਸੇ ਨੂੰ ਬਦਨਾਮ ਕਰਨ, ਲੋਕ ਭਾਵੁਕ ਹੋ ਜਾਂਦੇ ਨੇ, ਜਜ਼ਬਾਤੀ। ਇਹਨੇ ਜੀ ਇਹ ਧਰਮ ਦਾ ਦੋਖੀ ਹੈ। ਬਹੁਤੀ ਦੁਨੀਆ ਨੂੰ ਨਹੀਂ ਪਤਾ ਹੁੰਦਾ ਧਰਮ ਕੀ ਹੈ। ਅੱਛਾ, ਧਰਮ ਦਾ ਦੋਖੀ ਜਿਹਨੂੰ ਨਹੀਂ ਧਰਮ ਦਾ, ਜਿਹੜਾ ਖੁਦ ਵੀ ਜਿਹਨੇ ਜ਼ਿੰਦਗੀ 'ਚ 1% ਧਰਮ ਨਹੀਂ ਨਾ ਕਮਾਇਆ, ਉਹ ਵੀ ਪੱਥਰ ਚੁੱਕ ਲਏਗਾ ਮਾਰਨ ਵਾਸਤੇ। ਭਾਈ ਇੰਨਾ ਉਹਨੂੰ ਬਹੁਗਣ ਬਦਨਾਮ ਕਰ ਦਿਓ ਬਸ ਵੀ ਇਹ ਧਰਮ ਦਾ ਦੋਖੀ। ਟ੍ਰੈਂਡ ਨੇ ਨਾ, ਤਰੀਕੇ ਹਨ। ਤੋ ਜਿਹੜੇ ਆਪ ਉੱਚੀਆਂ ਉੱਚੀਆਂ ਧਾਰਮਿਕ ਪਦਵੀਆਂ ਤੇ ਬੈਠੇ, ਕਈ ਵਾਰ ਉਹ ਇੰਨੇ ਰਿਸ਼ਵਤਖੋਰ, ਇੰਨੇ ਜ਼ਲੀਲ ਹੁੰਦੇ ਨੇ, ਰਹੇ ਰੱਬ ਦਾ ਨਾਂ, ਪਰ ਕਿਉਂਕਿ ਉਹਨਾਂ ਦੇ ਹੱਥ ਪਾਵਰ ਹੁੰਦੀ, ਉਹ ਕਿਸੇ ਨੂੰ ਬਦਨਾਮ ਕਰ ਸਕਦੇ, ਫਤਵੇ ਜਾਰੀ ਕਰਕੇ ਕਿਸੇ ਦੇ ਖਿਲਾਫ ਵੀ ਚਿੱਠੀਆਂ ਕੱਢ ਦੇਣਗੇ ਤੇ ਵੱਡੇ ਵੱਡੇ ਮਗਰਮੱਛਾਂ ਦੀ ਅੱਗੇ ਝੁਕ ਜਾਣ, ਕਿਉਂਕਿ ਉਥੋਂ ਪਤਾ ਹੈ ਵੀ ਇੱਥੇ ਗੱਲ ਚੱਲਣੀ ਨਹੀਂ। ਇਸ ਹਰ ਮਜ਼ਹਬ 'ਚ ਹੀ ਚੱਲਦਾ। ਅਸੀਂ ਵੀ ਕਿਸੇ ਨੂੰ ਘੱਟ ਨਹੀਂ ਆ, ਅਸੀਂ ਵੀ ਕਿਸੇ ਤੋਂ ਪਿੱਛੇ ਨਹੀਂ, ਸਾਡੇ ਵੀ ਇਹੋ ਕੁਝ ਹੀ ਚੱਲਦਾ। ਮੁਆਫ ਕਰਿਓ, ਜਦੋਂ ਜਿਹੜਾ ਨਿਜ਼ਾਮ ਹੁੰਦਾ ਨਾ, ਜਿਹੜਾ ਪ੍ਰਬੰਧ ਹੁੰਦਾ ਹੈ, ਪ੍ਰਬੰਧ 'ਚ ਸੈਂਕੜੇ ਖਾਮੀਆਂ ਹੁੰਦੀਆਂ। ਪਰ ਇਹਦਾ ਮਤਲਬ ਇਹ ਵੀ ਨਾ ਕੱਢਿਓ ਵੀ ਗੁਰੂ ਦੀ ਸਿੱਖਿਆ 'ਚ ਕਮੀ ਨਹੀਂ। ਗੁਰੂ 'ਚ ਕਮੀ ਨਹੀਂ, ਨਾ ਗੁਰੂ ਦੀ ਸਿੱਖੀ 'ਚ ਕਮੀ ਹੈ, ਨਾ ਸਿੱਖਿਆ 'ਚ ਕਮੀ ਹੈ। ਸਾਡੇ ਸਿੱਖਾਂ 'ਚ ਕਮੀਆਂ ਜ਼ਰੂਰ ਨੇ। ਸਾਡੇ ਸਿਸਟਮ ਵਿੱਚ ਜੋ ਅਸੀਂ ਪ੍ਰਬੰਧ ਕਰਦੇ ਹਾਂ, ਉਹਦੇ ਵਿੱਚ ਬਹੁਤ ਕਮੀਆਂ, ਕੌਮੀ ਪ੍ਰਬੰਧ ਵਿੱਚ। ਇਸੇ ਤਰ੍ਹਾਂ ਉੱਥੇ ਵੀ ਇਹ ਸਾਰਾ ਕੁਝ ਚੱਲਦਾ ਸੀ। ਉਹਨੂੰ ਜਦੋਂ ਫਤਵਾ ਜਾਰੀ ਕਰਕੇ ਗ੍ਰਿਫਤਾਰ ਕੀਤਾ ਤੇ ਉਹਨੂੰ ਕਚਹਿਰੀ ਖੜਿਆ, ਉਹਨੂੰ ਕਹਿੰਦੇ ਤੂੰ ਕੁਝ ਕਹਿਣਾ? ਉਹ ਹੱਸ ਪਿਆ, ਕਹਿੰਦਾ ਕਹਿਣਾ ਕਿਹਨੂੰ ਹੈ? ਜੱਜ ਵੀ ਤੁਸੀਂ, ਵਕੀਲ ਵੀ ਤੁਸੀਂ, ਇਲਜ਼ਾਮ ਵੀ ਤੁਸੀਂ ਲਾਇਆ ਹੈ, ਫੈਸਲਾ ਵੀ ਤੁਸੀਂ ਸੁਣਾਉਣਾ, ਮੇਰੀ ਸੁਣੇਗਾ ਕੌਣ? ਫਿਰ ਵੀ ਮੈਂ ਕਹਿਣਾ, ਚਲੋ ਤੁਸੀਂ ਮੈਨੂੰ ਸਮਾਂ ਦਿੱਤਾ। ਉਹਦੇ ਉੱਤੇ ਇੱਕ ਇਲਜ਼ਾਮ ਇਹ ਸੀ ਵੀ ਤੂੰ ਪਿੰਡਾ ਨਹੀਂ ਕੱਜਦਾ। ਉਹ ਕਹਿੰਦਾ ਇਹ ਤਾਂ ਮੇਰੀ ਮਰਜ਼ੀ ਹੈ, ਖੈਰ, ਪਰ ਪਿੰਡਾ ਜੇ ਮੈਂ ਨਹੀਂ ਕੱਜਦਾ, ਤੁਹਾਨੂੰ ਇਹਦੇ ਨਾਲ ਕੀ ਫਰਕ ਪੈਂਦਾ? ਇੰਨੀ ਦੁਨੀਆ ਜਿਹਨੂੰ ਕੱਪੜਾ ਨਹੀਂ ਮਿਲਦਾ ਤਨ ਢੱਕਣ ਨੂੰ, ਕਦੇ ਉਹਨਾਂ ਬਾਰੇ ਹੀ ਸੋਚ ਲਿਆ ਕਰੋ, ਮੇਰੇ ਬਾਰੇ ਹੀ ਇੰਨਾ ਸੋਚੀ ਜਾਂਦੇ ਹੋ। ਕਹਿੰਦੇ ਕੁਫਰ ਹੈ, ਇਹਦੇ ਨਾਲ ਫਿਤਨਾ ਫੈਲਦਾ। ਫਿਤਨਾ ਦਾ ਮਤਲਬ ਹੁੰਦਾ ਹੈ ਬੁਰਾਈ ਫੈਲਦੀ। ਤੋ ਪਿੰਡਾ ਨਹੀਂ ਕੱਜਦਾ, ਇਹਦੇ ਨਾਲ ਫਿਤਨਾ ਫੈਲਦਾ। ਇਹ ਹਰਾਮ ਹੈ, ਨੰਗੇ ਰਹਿਣਾ ਹਰਾਮ ਹੈ। ਉਹਨੇ ਇੱਕੋ ਗੱਲ ਕਹੀ, ਕਹਿੰਦਾ ਮੇਰਾ ਨੰਗਾ ਪਿੰਡਾ ਤੇ ਹਰਾਮ ਦੀਦਾ ਤੁਹਾਨੂੰ? ਤੁਹਾਡੀਆਂ ਨੰਗੀਆਂ ਜ਼ਮੀਰਾਂ ਤੁਹਾਨੂੰ ਕਦੇ ਹਰਾਮ ਨਹੀਂ ਮਹਿਸੂਸ ਹੁੰਦੀਆਂ ਵੀ ਨੰਗੀ ਜ਼ਮੀਰ ਨਾਲ ਤੁਸੀਂ ਤੁਰੇ? ਇਹਨੂੰ ਵੀ ਕੱਜਣ ਦਾ ਕੋਈ ਪ੍ਰਬੰਧ ਕਰੋ। ਇਹਦਾ ਮਤਲਬ ਇਹ ਸੀ ਵੀ ਤੁਹਾਡੇ ਜਿਹੜੇ ਪਾਪ ਨੇ, ਜਦੋਂ ਪਾਪ ਨਸ਼ਰ ਹੁੰਦੇ ਨੇ, ਉਦੋਂ ਤੁਹਾਨੂੰ ਮਹਿਸੂਸ ਨਹੀਂ ਹੁੰਦੀ ਗੱਲ। ਮੇਰਾ ਪਿੰਡਾ ਜ਼ਿਆਦਾ ਮਹਿਸੂਸ ਹੁੰਦਾ। ਤੇ ਇੱਥੇ ਭਾਵ ਵੀ ਇਹੋ ਜਿਹਾ ਹੀ ਆ ਕੁਝ। ਭਗਤ ਜੀ ਆਖਦੇ ਨੇ, ਵਿਕਾਰ ਸਾਨੂੰ ਜਿਸ ਵੇਲੇ ਜਲਾਲਤ ਦੀ ਖੱਡ ਵਿੱਚ ਅਸੀਂ ਜਦੋਂ ਕੀਮਤੀ ਜਨਮ ਨੂੰ ਜੂਏ 'ਚ ਹਾਰ ਜਾਂਦੇ ਹਾਂ, ਤੇ ਸਾਡੀ ਸਿਚੁਏਸ਼ਨ ਵੀ ਦਰੋਗਤੀ ਵਰਗੀ ਹੁੰਦੀ। ਅਸੀਂ ਵੀ ਕਿਉਂ ਨਾ ਆਪਣੇ ਆਤਮਕ ਨੰਗੇਜ ਨੂੰ ਕੱਜਣ ਵਾਸਤੇ ਬੇਨਤੀ ਕਰੀਏ, ਵਾਹਿਗੁਰੂ ਅਕਾਲ ਪੁਰਖ ਦੇ ਸਨਮੁਖ ਪ੍ਰੇਮ ਪਟੋਲਾ ਤੈਂ ਸ਼ਹਿ ਦਿੱਤਾ ਢੱਕਣ ਕੂ ਪਤ ਮੇਰੀ। ਉਹ ਅੱਗੇ ਫਰਮਾਉਂਦੇ ਨੇ, ਗੌਤਮ ਨਾਰ ਅਹਲਿਆ ਤਾਰੀ ਪਾਵਨ ਕੇਤਕ ਤਾਰੀ ਅਲਿਆ। ਗੌਤਮ ਰਿਖੀ ਦੀ ਇਸਤਰੀ ਅਹਿਲਿਆ, ਜੋ ਇੰਦਰ ਨਾਲ ਕੁਕਰਮ ਕਰਨ ਕਰਕੇ ਪੱਥਰ ਰੂਪ ਹੋ ਗਈ, ਇਹ ਵੀ ਕਥਾ ਪੁਰਾਣ ਦੀ ਹੈ। ਤੇ ਜੋ ਇੰਦਰ ਦੀ ਦਸ਼ਾ ਹੋਈ, ਸਹਸ ਸਰੀਰ ਚਹਨ ਸਹਿਸ ਭਗ ਹੋਏ, ਤਾਮਨ ਪਛੋਤਾਏ। ਉਸ ਦਾ ਸਰਾਪ ਮੁਕਤ ਉਦੋਂ ਆਇਆ ਜਦੋਂ ਰਾਮ ਜੀ ਦੇ ਕਦਮ ਉਹਦੇ ਨਾਲ ਛੂ ਗਏ। ਪੁਰਾਣ ਦੀ ਕਥਾ। ਠੀਕ ਇਸੇ ਤਰ੍ਹਾਂ ਹੀ ਮੇਰੇ ਵਾਹਿਗੁਰੂ, ਅਸੀਂ ਵੀ ਕੁਕਰਮਾਂ ਵਿੱਚ ਪੈ ਕੇ ਪੱਥਰ ਹੋ ਗਏ ਹਾਂ। ਸਾਨੂੰ ਮਹਿਸੂਸ ਕੁਝ ਨਹੀਂ ਹੁੰਦਾ, ਸੁੱਝਦਾ ਕੁਝ ਨਹੀਂ, ਅਸਰ ਕੋਈ ਚੀਜ਼ ਨਹੀਂ ਕਰਦੀ। ਜੇ ਤੁਹਾਡੀ ਯਾਦ ਦੇ ਮੁਬਾਰਕ ਚਰਨ ਛੋਹ ਜਾਣ, ਤੇ ਸਾਡਾ ਵੀ ਇਸ ਪੱਥਰ ਤੋਂ, ਪੱਥਰ ਬਿਰਤੀ ਤੋਂ ਸਾਨੂੰ ਖਲਾਸੀ ਤੇ ਮੁਕਤੀ ਹਾਸਲ ਹੋ ਜਾਏ। ਪਾਵਨ ਕੇਤਕ ਤਾਰੀਆ। ਕਿਤਨੇ ਜੀਵਾਂ ਨੂੰ ਤੁਸੀਂ ਪਵਿੱਤਰ ਕਰਨ ਵਾਲੇ ਹੋ, ਕਿੰਨਿਆਂ ਨੂੰ ਤੁਸੀਂ ਤਾਰਨ ਵਾਲੇ ਹੋ। ਅਖੀਰ ਤੇ ਫਰਮਾਉਂਦੇ ਨੇ, ਬੇਨਤੀ ਕਰਦੇ ਨੇ, ਐਸਾ ਅਧਮ ਅਜਾਤ ਨਾਮ ਦਿਓ ਤਉ ਸ਼ਰਨਾਗਤ ਆਈ। ਅਧਮ ਦਾ ਮਤਲਬ ਹੈ ਨੀਚ, ਨੀਵਾਂ। ਆਪਣੇ ਕਰਮਾਂ ਕਰਕੇ ਮੈਂ ਨੀਵਾਂ ਹੋ। ਆਜ਼ਾਦ ਦਾ ਮਤਲਬ ਇਹ ਤੇ ਭਗਤ ਜੀ ਆਪਣੀ ਜਾਤ ਬਰਾਦਰੀ ਨੂੰ ਦੋਸ਼ੀ ਨਹੀਂ ਮੰਨ ਰਿਹਾ। ਬਰਾਦਰੀ ਨੂੰ ਭਗਤ ਜੀ ਦੋਸ਼ੀ ਨਹੀਂ ਮੰਨ ਰਿਹਾ ਕਿ ਮੈਂ ਛੀਂਬਾ ਪਰਿਵਾਰ 'ਚ ਪੈਦਾ ਹੋਇਆ ਤੇ ਮੈਂ ਨੀਵਾਂ ਨਹੀਂ। ਉਹ ਨਹੀਂ ਕਹਿੰਦੇ, ਇਸ ਗੱਲ ਨਹੀਂ। ਇਹ ਤਾਂ ਦੁਨੀਆ ਕਹਿੰਦੀ ਸੀ ਉਹਨਾਂ ਨੂੰ ਨੀਵੇਂ ਨੂੰ। ਅਧਮ ਉਹ ਕਰਮ ਦੀ ਵਿਆਖਿਆ ਕਰ ਰਹੇ ਨੇ, ਅਜਾਤ ਵੀ ਉਹ ਕਰਮ ਦੀ ਵਿਆਖਿਆ ਕਰ ਰਹੇ ਨੇ। ਖਸਮ ਵਿਸਾਰਾਂ ਤੇ ਕਮਜ਼ਾਤ ਤਉ ਸ਼ਰਨਾਗਤ ਆਈ। ਹੇ ਵਾਹਿਗੁਰੂ,
ਮੈਂ ਇਹੋ ਜਿਹਾ ਕਰਮਾਂ ਦਾ ਹੀਣਾ ਹਾਂ, ਮੇਰੇ ਵਿੱਚ ਵੀ ਉਜਲੇ ਕਰਮ ਨਹੀਂ ਹਨ, ਪਰ ਮੈਂ ਤੁਹਾਡੀ ਸ਼ਰਨ ਲੋੜਦਾ, ਮੈਨੂੰ ਆਪਣੀ ਪਨਾਹ ਵਿੱਚ ਲਓ, ਆਪਣੀ ਸ਼ਰਨ ਵਿੱਚ ਲਓ, ਤਾਂ ਕਿ ਮੇਰਾ ਵੀ ਭਲਾ ਹੋ ਸਕੇ। ਗਰੀਬ ਨਵਾਜ਼ ਮਿਹਰ ਕਰਨ। ਇਹ ਬਿਨੈ, ਇਹ ਬੇਨਤੀ, ਇਹ ਰਿਕੁਐਸਟ, ਇਹ ਅਰਦਾਸ ਸਾਡੀ ਵੀ ਉਸ ਮਾਲਕ ਵਾਹਿਗੁਰੂ ਦੇ ਸਨਮੁਖ ਹਰ ਵੇਲੇ ਔਰ ਹਰ ਪਲ ਹੋਵੇ। ਇਹ ਸਾਡੀ ਇਬਾਦਤ ਹੋਵੇ, ਇਹ ਸਾਡੀ ਬੰਦਗੀ ਹੋਵੇ। ਮਹਾਰਾਜ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣ। ਸਭਨਾਂ ਦਾ ਧੰਨਵਾਦ। ਅਦਬ ਸਹਿਤ ਫਤਿਹ ਸਾਂਝ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।